ਤੇ ਅੱਜ ਇੱਕ ਸਿੰਘੂ ਬਾਰਡਰ ਤੋਂ ਵੀਡੀਓ ਆ ਰਹੀ ਹੈ ਜੋ ਕਿ ਕਾਫੀ ਵਾਇਰਲ ਵੀ ਹੋ ਰਹੀ ਹੈ ਸੋਸ਼ਲ ਮੀਡੀਆ ਤੇ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਇੱਕ ਬੰਦੇ ਵੱਲੋਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਕਿ ਨਿਹੰਗ ਸਿੰਘਾਂ ਵੱਲੋਂ ਕਾਬੂ ਕਰਕੇ ਸਜ਼ਾ ਦਿੱਤੀ ਗਈ, ਜਿਸ ਦੌਰਾਨ ਉਸ ਦੀ ਮੌਤ ਵੀ ਹੋ ਗਈ। ਤਾਂ ਇਸ ਘਟਨਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਸਵੀਰ ਦੇਖੋ, ਆਪਣੇ ਆਪ ਦੇ ਵਿੱਚ ਇੱਕ ਇਹ ਬਹੁਤ ਮੰਦਭਾਗੀ ਘਟਨਾ ਹੈ ਜਿਹਦੇ ਨਾਲ ਅੱਜ ਦੁਸਹਿਰੇ ਵਾਲੇ ਦਿਨ ਕਿਹਾ ਜਾ ਰਿਹਾ ਹੈ ਕਿ ਜਦੋਂ ਲੋਕ ਦੁਸਹਿਰੇ ਦੀਆਂ ਖੁਸ਼ੀਆਂ ਮਨਾ ਰਹੇ ਸੀ ਤਾਂ ਉਸ ਵਕਤ ਇੱਕ ਸਵੇਰੇ ਇੱਕ ਅਜਿਹੀ ਘਟਨਾ ਸਾਹਮਣੇ ਆਉਂਦੀ ਆ ਜਿਹਦੇ ਨਾਲ ਪੂਰੇ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦੀ ਸਨਸਨੀ ਫੈਲੀ ਗਈ ਆ ਜਾਂ ਫੈਲਾਉਣ ਦਾ ਜਿਹੜਾ ਯਤਨ ਕੀਤਾ ਗਿਆ। ਯੂਪੀ ਦੀ ਜਿਹੜੀ ਕਿਸਾਨ ਲੀਡਰਸ਼ਿਪ ਆ, ਰਕੇਸ਼ ਟਕੈਤ, ਉਹਨਾਂ ਨੇ ਉਸ ਵਿਖਰੇ ਪੈਂਡੇ ਨੂੰ ਫਿਰ ਸੰਭਾਲਣ ਦਾ ਯਤਨ ਕੀਤਾ। ਜੋ ਜਿਹੜਾ ਅੰਦੋਲਨ ਸੀਗਾ ਉਹ ਵਿਖਰ ਰਿਹਾ ਸੀਗਾ, ਉਹਨਾਂ ਨੂੰ ਉੱਥੇ ਆ ਕੇ ਜਿਹੜੇ ਆਪਾਂ ਇਹ ਕਹਿ ਸਕਦੇ ਆ ਕਿ ਜਿਹੜੇ ਰਕੇਸ਼ ਟਕੈਤ ਦੇ ਹੰਝੂ ਨਿਕਲੇ ਤੇ ਉਹ ਬਲਬਲੇ ਸੀਗੇ, ਜੋ ਉਹਨਾਂ ਦੀਆਂ ਭਾਵਨਾਵਾਂ ਸੀਗੀਆਂ, ਜੋ ਉਹਨਾਂ ਦੇ ਇਮੋਸ਼ਨਲ ਤੇ ਉਹਨਾਂ ਨੇ ਪੰਜਾਬ ਦੇ ਦੇਸ਼ ਦੇ ਕਿਸਾਨਾਂ ਦੇ ਇੱਕ ਵਾਰੀ ਹਿਰਦੇ ਬਲੂੰਦਰੇ ਕੀਤੇ ਤੇ ਇਸ ਸੰਘਰਸ਼ ਨੂੰ ਫਿਰ ਇਕੱਠਾ ਕਰਕੇ ਇੱਕ ਨਵਾਂ ਜਿਹੜੀ ਰੰਗਤ ਦਿੱਤੀ ਹੈ। ਕਿਸਾਨ ਫਿਰ ਚੜ੍ਹਦੀ ਕਲਾ ਪਾਸੇ ਜਿਹੜਾ ਇਹ ਅੰਦੋਲਨ ਆ ਉਹ ਜਾ ਰਿਹਾ। ਹੁਣ ਲਗਾਤਾਰ ਜਦੋਂ ਸਾਜ਼ਿਸ਼ਾਂ ਇਹ ਹੋ ਰਹੀਆਂ ਤਾਂ ਅਜਿਹੀ ਘਟਨਾ ਇੱਕ ਆਉਣੀ ਆ ਵਿੱਚ, ਤਾਂ ਆਪਣੇ ਆਪ ਦੇ ਵਿੱਚ ਇਹ ਇੱਕ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰਦੀ ਆ। ਗੱਲ ਕਰੀਏ ਤਾਂ ਜਿਹੜੇ ਬਾਕੀ ਆ ਕਿਸਾਨ ਮੋਰਚੇ ਦੇ ਜਿਹੜੇ ਲੀਡਰ ਨੇ ਉਹ ਕਹਿੰਦੇ ਨੇ ਕਿ ਅਸੀਂ ਰਾਜਨੀਤੀ ਤੋਂ ਦੂਰ ਰਹਿਣਾ ਹੈ, ਪਰ ਗੁਰਨਾਮ ਸਿੰਘ ਚੜੂੰਨੀ ਰਾਜਨੀਤੀ ਵੱਲ ਵੱਧ ਰਹੇ ਨੇ, ਤਾਂ ਤੁਸੀਂ ਇਸ ਬਾਰੇ ਕੀ ਕਹੋਗੇ? ਦੇਖੋ, ਗੁਰਨਾਮ ਸਿੰਘ ਚੜੂੰਨੀ ਵੱਲੋਂ ਜਿਹੜੀ ਤੁਸੀਂ ਇਹ ਕਹਿ ਰਿਹਾ ਕਿ ਜਿਸ ਦੀ ਵੋਟ ਉਸਦਾ ਰਾਜ ਬਠਿੰਡਾ ਤੋਂ ਮਿਸ਼ਨ ਪੰਜਾਬ ਸ਼ੁਰੂ ਕੀਤਾ, ਭਾਵੇਂ ਕਿ ਇਹਨਾਂ ਨੇ ਹੁਣ ਜਿਹੜਾ ਇਹ ਨਾਅਰਾ ਹੁਕਮਨਾਮਾ ਦਿੱਤਾ, ਪਰ ਇਹ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੀ ਸਿਆਸਤ ਕਰਦੇ ਆ ਰਹੇ ਤੇ ਹਰ ਵਾਰੀ ਕਿਸਾਨਾਂ ਨੂੰ ਚੋਣਾਂ ਲੜਨ ਦੀ, ਵੋਟਾਂ 'ਚ ਖੜੇ ਹੋਣ ਦੀ ਗੱਲ ਕਰਦੇ ਨੇ। ਜਦੋਂ ਵੀ ਇਹ ਪਾਲਿਸੀਆਂ ਬਣਾਉਂਦੇ ਨੇ ਤਾਂ ਇਹ ਲੋਕ ਵਿਰੋਧੀ ਪਾਲਿਸੀਆਂ ਬਣਾਉਂਦੇ ਨੇ, ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਦੀ ਬਜਾਏ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਕੰਮ ਕੀਤੇ ਜਾ ਰਹੇ ਨੇ। ਇਸ ਕਰਕੇ ਇਹਨਾਂ ਨੇ ਨਾਅਰਾ ਦਿੱਤਾ ਹੈ ਕਿ ਤੁਸੀਂ ਆਪਣਾ ਲੀਡਰ ਆਪ ਚੁਣੋ, ਚੰਗੇ ਲੀਡਰ ਨੂੰ ਚੁਣੋ। ਇਹ ਗੱਲ ਸਹੀ ਹੈ ਉਹਨਾਂ ਦੀ ਕਿ ਚੰਗਾ ਲੀਡਰ ਚੁਣਨਾ ਚਾਹੀਦਾ ਹੈ। ਚੰਗੇ ਲੀਡਰ, ਹੁਣ ਦੇਖੋ, ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ, ਕੋਈ ਸਿਆਸੀ ਪਾਰਟੀ ਮਾੜੀ ਨਹੀਂ ਹੈਗੀ, ਸਾਰੇ ਬੰਦੇ ਆ ਜਿਹੜੇ ਸਿਆਸਤ ਨਾਲ ਜੁੜੇ ਹੋ ਮਾੜੇ ਨਹੀਂ ਹੈਗੇ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਜਸਬੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ। ਸਪੈਸ਼ਲ ਰਿਪੋਰਟ ਵਿੱਚ ਗੱਲ ਕਰਾਂਗੇ ਅੱਜ ਪੰਜਾਬ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ, ਜਿਸ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਜੀ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜਸਵੀਰ ਜੀ। ਹਾਂਜੀ ਸਰ, ਆਪਾਂ ਦੇਖਦੇ ਆ ਰਹੇ ਹਾਂ ਪੰਜਾਬ 'ਚ ਕਾਫੀ ਟਾਈਮ ਤੋਂ ਕਿ ਬੇਅਦਬੀ ਦੀਆਂ ਘਟਨਾਵਾਂ ਕੀਤੀਆਂ ਜਾ ਰਹੀਆਂ ਸਨ ਪੰਜਾਬ 'ਚ, ਤੇ ਅੱਜ ਇੱਕ ਸਿੰਘੂ ਬਾਰਡਰ ਤੋਂ ਵੀਡੀਓ ਆ ਰਹੀ ਹੈ ਜੋ ਕਿ ਕਾਫੀ ਵਾਇਰਲ ਵੀ ਹੋ ਰਹੀ ਹੈ ਸੋਸ਼ਲ ਮੀਡੀਆ ਤੇ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਇੱਕ ਬੰਦੇ ਵੱਲੋਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਕਿ ਨਿਹੰਗ ਸਿੰਘਾਂ ਵੱਲੋਂ ਕਾਬੂ ਕਰਕੇ ਸਜ਼ਾ ਦਿੱਤੀ ਗਈ, ਜਿਸ ਦੌਰਾਨ ਉਸ ਦੀ ਮੌਤ ਵੀ ਹੋ ਗਈ। ਤਾਂ ਇਸ ਘਟਨਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਸਵੀਰ ਦੇਖੋ, ਆਪਣੇ ਆਪ ਦੇ ਵਿੱਚ ਇੱਕ ਇਹ ਬਹੁਤ ਮੰਦਭਾਗੀ ਘਟਨਾ ਹੈ ਜਿਹਦੇ ਨਾਲ ਅੱਜ ਦੁਸਹਿਰੇ ਵਾਲੇ ਦਿਨ ਕਿਹਾ ਜਾ ਰਿਹਾ ਹੈ ਕਿ ਜਦੋਂ ਲੋਕ ਦੁਸਹਿਰੇ ਦੀਆਂ ਖੁਸ਼ੀਆਂ ਮਨਾ ਰਹੇ ਸਨ ਤਾਂ ਉਸ ਵਕਤ ਇੱਕ ਸਵੇਰੇ ਇੱਕ ਅਜਿਹੀ ਘਟਨਾ ਸਾਹਮਣੇ ਆਉਂਦੀ ਆ ਜਿਹਦੇ ਨਾਲ ਪੂਰੇ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦੀ ਸਨਸਨੀ ਫੈਲੀ ਗਈ ਆ ਜਾਂ ਫੈਲਾਉਣ ਦਾ ਜਿਹੜਾ ਯਤਨ ਕੀਤਾ ਗਿਆ। ਸਭ ਤੋਂ ਵੱਡੀ ਗੱਲ ਇਹੀ ਆ ਕਿ ਜਿਹੜੀ ਉੱਥੇ ਇੱਕ ਜਿਹੜਾ ਨੌਜਵਾਨ ਆ ਵਿਅਕਤੀ ਆ ਜੋ ਕਿ ਮੂਲ ਰੂਪ ਦੇ ਵਿੱਚ ਤਰਨਤਾਰਨ ਦੇ ਜ਼ਿਲ੍ਹੇ 'ਚ ਪੈਂਦਾ ਪਿੰਡ ਚੀਮਾ ਕਲਾਂ, ਉੱਥੇ ਦਾ ਲਖਵੀਰ ਸਿੰਘ ਉਰਫ ਟੀਟੂ ਹੈ, ਜਿਹਦਾ ਉੱਥੇ ਮਰਡਰ ਕੀਤਾ ਗਿਆ, ਕਤਲ ਕੀਤਾ ਗਿਆ। ਤੇ ਨਾਲ ਦੀ ਨਾਲ ਵੱਡੀ ਗੱਲ ਇਹ ਹੈ ਕਿ ਕਤਲ ਕਰਨ ਦੀ ਜ਼ਿੰਮੇਵਾਰੀ ਵੀ ਜਿਹੜੇ ਉੱਥੇ ਮੌਜੂਦ ਨਿਹੰਗ ਸਿੰਘ ਤੇ ਉਹਨਾਂ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਵੀ ਲਈ ਹੈ। ਨਿਹੰਗ ਸਿੰਘਾਂ ਦਾ ਜੋ ਸੋਸ਼ਲ ਮੀਡੀਆ ਪਰ ਚੱਲ ਰਿਹਾ ਹੈ, ਟੈਲੀਵਿਜ਼ਨ ਪਰ ਜੋ ਖਬਰਾਂ ਚੱਲ ਰਹੀਆਂ, ਉਸ ਦੇ ਮੁਤਾਬਕ ਜਿਹੜੀਆਂ ਖਬਰਾਂ ਨਿਕਲ ਕੇ ਆ ਰਹੀਆਂ ਕਿ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਦਾ ਦੋਸ਼ ਹੈ ਕਿ ਤੜਕੇ ਨੂੰ ਇਸ ਬੰਦੇ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਸਰੂਪ ਤੇ ਉਹਨਾਂ ਦੀ ਬੇਅਦਬੀ ਕਰਨ ਦਾ ਯਤਨ ਕੀਤਾ, ਜਿਹਦੇ ਕਰਕੇ ਉੱਥੇ ਤੇ ਨਿਹੰਗ ਸਿੰਘਾਂ ਨੇ
ਉਹਨੂੰ ਉੱਥੇ ਮੌਕੇ ਪਰ ਕਾਬੂ ਕੀਤਾ। ਮੌਕੇ ਪਰ ਕਾਬੂ ਕਰਕੇ ਪਹਿਲਾਂ ਉਹਦਾ ਹੱਥ ਵੱਢਿਆ ਤੇ ਲੱਤ ਵੱਢੀ ਤੇ ਬਾਅਦ 'ਚ ਉਹਦਾ ਮਰਡਰ ਹੋ ਗਿਆ। ਤੇ ਵੱਡੀ ਗੱਲ ਇਹ ਹੈ ਕਿ ਉਹਦੀ ਫਿਰ ਲਾਸ਼ ਆ ਜਿਹੜੀ ਉਹਨੂੰ ਖਿੱਚ ਕੇ ਲੈ ਕੇ ਗਏ ਉੱਥੇ ਇੱਕ ਜਿਹੜਾ ਲੋਹੇ ਦੀ ਅੰਗਲੈਰਨ ਸੀਗੀ ਸਟੇਜ ਦੇ ਨੇੜੇ, ਉੱਥੇ ਉਹਨੂੰ ਟੰਗਿਆ ਗਿਆ। ਇੱਕ ਤਰ੍ਹਾਂ ਨਾਲ ਦਰਿੰਦਗੀ ਦੇ ਨਾਲ ਜਿਹੜੀ ਉਹਦਾ ਕਤਲ ਕੀਤਾ ਗਿਆ। ਦੇਖੋ, ਪਹਿਲੀ ਗੱਲ ਤਾਂ ਇਸ ਦੇਸ਼ ਦੇ ਵਿੱਚ, ਲੋਕਤੰਤਰ ਦੇ ਵਿੱਚ, ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ। ਜੇਕਰ ਲਖਵੀਰ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਯਤਨ ਕਰ ਰਿਹਾ ਸੀ ਤਾਂ ਉੱਥੇ ਉਹਨਾਂ ਨੂੰ ਕਾਬੂ ਕਰਨਾ ਚਾਹੀਦਾ ਤਾਂ ਕਾਬੂ ਕਰਕੇ ਇਹਨਾਂ ਨੂੰ ਜਿਹੜੀਆਂ ਉੱਥੇ ਦੀਆਂ ਸਿਕਿਉਰਿਟੀ ਏਜੰਸੀਜ਼ ਆ, ਪੁਲਿਸ ਆ, ਉਹਦੇ ਹਵਾਲੇ ਕਰਨਾ ਚਾਹੀਦਾ ਸੀ। ਇਹਨਾਂ ਨੂੰ ਜਿਹੜੇ ਨਿਹੰਗ ਸਿੰਘ ਆ ਉਹਨਾਂ ਨੂੰ ਖੁਦ ਕਾਨੂੰਨ ਆ ਜਿਹੜਾ ਆਪਣੇ ਹੱਥ ਵਿੱਚ ਲੈਣ ਦੀ ਜ਼ਰੂਰਤ ਨਹੀਂ ਸੀ। ਕਾਨੂੰਨ ਦੇ ਅਨੁਸਾਰ ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਦਿਵਾਉਣੀਆਂ ਚਾਹੀਦੀਆਂ ਨੇ। ਪਰ ਦੂਜੇ ਪਾਸੇ ਉਹਨਾਂ ਦਾ ਜਿਹੜੇ ਨਿਹੰਗ ਸਿੰਘ ਤੇ ਉਹਨਾਂ ਦਾ ਇਹ ਦੋਸ਼ ਵੀ ਹੈ ਤੇ ਗੱਲ ਕਹਿ ਰਿਹਾ ਕਿ ਪਿਛਲੇ ਸਮੇਂ ਦੌਰਾਨ ਜਦੋਂ 26 ਨਵੰਬਰ ਤੋਂ ਜਦੋਂ ਤੋਂ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਜਿਹੜਾ ਇੱਕ ਧਰਨਾ ਲੱਗਿਆ ਕਿਸਾਨਾਂ ਦਾ, ਉਹ ਤੋਂ ਬਾਅਦ ਲਗਾਤਾਰ ਉੱਥੇ ਅਜਿਹੀਆਂ ਜਿਹੜੀਆਂ ਘਟਨਾਵਾਂ ਹੈ ਉਹ ਵਾਪਰ ਰਹੀਆਂ ਜਾਂ ਕੁਝ ਜਿਵੇਂ ਪਿਛਲੇ ਦਿਨਾਂ 'ਚ ਉੱਥੇ ਅੱਗ ਵੀ ਲੱਗੀਆਂ, ਚੋਰੀ ਦੀਆਂ ਘਟਨਾਵਾਂ ਵੀ ਹੋਈਆਂ, ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਜਾਂ ਉੱਥੇ ਲੜਾਈ ਝਗੜੇ ਵੀ ਹੋਏ ਆ। ਵੀ ਪੁਲਿਸ ਆਉਂਦੀ ਆ, ਬੰਦੇ ਨੂੰ ਫੜ ਲੈ ਕੇ ਲੈ ਜਾਂਦੀ ਆ, ਉਹ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇੱਕ ਵਾਰੀ ਤੁਹਾਡੇ ਯਾਦ ਹੋਊਗਾ ਸ਼ੁਰੂਆਤੀ ਦੌਰ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਫੇਲ ਕਰਨ ਵਾਸਤੇ ਉਹ ਉੱਥੇ ਤੇ ਜਿਹੜੀਆਂ ਕੁਝ ਜਿਹੜੀਆਂ ਲੜਕੀਆਂ ਉਹ ਵੀ ਭੇਜੀਆਂ ਗਈਆਂ ਸੀਗੀਆਂ ਤੇ ਕੁਝ ਬੰਦੇ ਵੀ ਫੜੇ ਗਏ ਤੇ ਜੋ ਚੋਰੀ ਦੀਆਂ ਘਟਨਾਵਾਂ ਦੀਆਂ ਬਹੁਤ ਸਾਰੇ ਮਾਮਲੇ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਸਾਹਮਣੇ ਆਏ ਆ, ਜਿਹਦੇ ਵਿੱਚ ਕਿਸਾਨੀ ਅੰਦੋਲਨ ਨੂੰ, ਕਿਸਾਨੀ ਸੰਘਰਸ਼ ਨੂੰ ਡੀਰੇਲ ਕਰਨ ਵਾਸਤੇ, ਲੀਹੋਂ ਲਾਉਣ ਵਾਸਤੇ ਜਿਹੜੇ ਉੱਥੇ ਯਤਨ ਕੀਤੇ ਗਏ ਨੇ। ਇਸ ਕਰਕੇ ਕਿਸਾਨ ਜਿਹੜੇ ਨਿਹੰਗ ਸਿੰਘ ਤੇ ਉਹਨਾਂ ਦਾ ਵੀ ਇਹ ਕਹਿਣਾ ਕਿ ਜੇਕਰ ਅਸੀਂ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਜਾਂ ਸਿਕਿਉਰਿਟੀ ਹਵਾਲਿਆਂ ਦੇ ਕਰਦੇ ਤਾਂ ਉੱਥੇ ਪਿਛਲੇ ਅਤੀਤ ਦੇ ਵਿੱਚ ਜਿਹੜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਤੇ ਇਸ ਕਰਕੇ ਉਹਨਾਂ ਨੇ ਗੁਰੂ ਦੀ ਆਪਣੇ ਆਪ ਨੂੰ ਫੌਜ ਮੰਨਦੇ ਹੋ ਵੀ ਇਹਨਾਂ ਨੂੰ ਸੋਧਾ ਲਾਇਆ। ਮੈਨੂੰ ਲੱਗਦਾ ਹੈ ਕਿ ਭਾਵੇਂ ਕਿ ਪੁਲਿਸ ਨੇ ਕਾਰਵਾਈ ਪਿਛਲੀਆਂ ਘਟਨਾਵਾਂ ਵਿੱਚ ਕੀਤੀ ਜਾਂ ਨਹੀਂ ਕੀਤੀ, ਪਰ ਜਿਹੜੇ ਨਿਹੰਗ ਸਿੰਘ ਸੀਗੇ ਉਹਨਾਂ ਨੂੰ ਅਜਿਹੀ ਜਿਹੜੀ ਵਾਰਦਾਤ ਆ ਉਹ ਨਹੀਂ ਕਰਨੀ ਚਾਹੀਦੀ ਸੀ। ਇਹ ਪੁਲਿਸ ਨੂੰ ਹਵਾਲਾ ਕਰਨੀ ਚਾਹੀਦੀ ਕਿਉਂਕਿ ਪਿਛਲੇ ਲੰਬੇ ਅਰਸੇ ਤੋਂ ਜਿਹੜਾ ਉੱਥੇ ਕਿਸਾਨ ਧਰਨੇ 'ਤੇ ਬੈਠੇ ਨੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਕੇਂਦਰ ਸਰਕਾਰ ਵੱਲੋਂ, ਏਜੰਸੀਆਂ ਵੱਲੋਂ ਹਰ ਕੋਝੇ ਯਤਨ ਕੀਤੇ ਗਏ ਨੇ। ਕਈ ਤਰ੍ਹਾਂ ਦੀਆਂ ਸ਼ਰਾਰਤਾਂ ਕੀਤੀਆਂ ਗਈਆਂ ਨੇ। ਕਦੇ ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਗਿਆ, ਕਦੇ ਮਾਇਓਵਾਦੀ ਦੱਸਿਆ ਗਿਆ, ਕਦੇ ਕਾਮਰੇਡ ਦੱਸਿਆ ਗਿਆ, ਕਦੇ ਇਹ ਕਿਹਾ ਗਿਆ ਕਿ ਇਹ ਤਾਂ ਸਿਰਫ ਪੰਜਾਬ ਦੇ ਆ, ਜਦੋਂ ਉੱਥੇ ਪੂਰੇ ਦੇਸ਼ ਭਰ ਦੇ ਕਿਸਾਨ ਆਏ ਹੋਏ ਆ। ਬਹੁਤ ਸਾਰੇ ਫਿਰ ਪੰਜਾਬ ਦੇ ਕਿਸਾਨਾਂ ਨੂੰ ਤੇ ਹਰਿਆਣੇ ਦੇ ਕਿਸਾਨਾਂ ਨੂੰ ਲੜਾਉਣ ਦਾ ਯਤਨ ਕੀਤਾ ਗਿਆ SYL ਦੇ ਮੁੱਦੇ ਨੂੰ ਲੈ ਕੇ, ਪਰ ਪੰਜਾਬ ਦੇ ਕਿਸਾਨਾਂ ਨੇ, ਹਰਿਆਣੇ ਦੇ ਕਿਸਾਨਾਂ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਕਿ ਪਹਿਲਾਂ ਖੇਤੀ ਕਾਨੂੰਨ ਆ ਜਿਹੜੇ ਉਹਨਾਂ ਪਰ ਨਿਪਟ ਲਿਆ ਜਾਵੇ, SYL ਦਾ ਮੁੱਦਾ ਬਾਅਦ ਵਿੱਚ ਦੇਖ ਜਾਵੇ। ਕਈ ਤਰ੍ਹਾਂ ਦੇ ਜਿਹੜੇ ਯਤਨ ਆ ਉਹ ਕੀਤੇ ਗਏ ਨੇ ਕਿ ਕਿਸਾਨੀ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ। ਵਾਰ-ਵਾਰ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ ਕਿ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ ਆ, ਕਦੇ ਖਾਲਿਸਤਾਨੀ ਦੱਸਿਆ ਗਿਆ। ਕਈ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਇਹ ਸਾਹਮਣੇ ਆਈਆਂ। ਹੁਣ ਜਿਹੜੀ ਇਹ ਘਟਨਾ ਵੀ ਵਾਪਰੀ ਆ ਤਾਰਨ ਦੇ ਨਾਲ ਜਿਹੜਾ ਚੀਮਾ ਕਲਾਂ ਪਿੰਡ ਆ, ਉੱਥੋਂ ਬੰਦਾ ਦੱਸਿਆ ਕਿ 2 ਦਿਨ ਪਹਿਲਾਂ ਹੀ ਉੱਥੋਂ ਪੈਸੇ ਲੈ ਕੇ ਘਰ ਤੋਂ ਇਹ ਕਿਤੇ ਕੰਮ ਕਹਿ ਕੇ ਗਿਆ ਸੀਗਾ ਜਾ ਰਿਹਾ, ਪਰ ਉੱਥੇ ਜਾ ਰਿਹਾ, ਉੱਥੇ ਜਾ ਕੇ ਅਜਿਹੀ ਘਟਨਾ ਵਾਪਰੀ ਹੈ। ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਵੀ ਹੋ ਸਕਦੀ ਆ। ਇਹਦੀ ਜਿਹੜੀ ਨਿਰਪੱਖ ਆ ਜਿਹੜੀ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਜਸਵੀਰ ਸਿੰਘ ਇਹ ਪ੍ਰਾਪਤੀ ਰਹੀ ਆ ਕਿ ਇੰਨੀਆਂ ਵੱਡੀਆਂ ਰੋਕਾਂ ਹੋਣ ਦੇ ਬਾਵਜੂਦ, ਇੰਨੀਆਂ ਜ਼ਿਆਦਾ ਸਾਜ਼ਿਸ਼ਾਂ ਹੋਣ ਦੇ ਬਾਵਜੂਦ ਫਿਰ ਵੀ ਜਿਹੜਾ ਕਿਸਾਨ ਅੰਦੋਲਨ ਆ ਉਹ ਸਿਖਰ ਵਾਲੇ ਪਾਸੇ ਜਾ ਰਿਹਾ। 26 ਜਨਵਰੀ ਦੀ ਇੱਕ ਕਿੱਡੀ ਵੱਡੀ ਘਟਨਾ ਹੋਈ। ਉਸ ਘਟਨਾ ਤੋਂ ਬਾਅਦ ਇਹ ਲੱਗ ਰਿਹਾ ਸੀਗਾ ਕਿ ਵੀ ਹੁਣ ਜਿਹੜਾ ਕਿਸਾਨ ਅੰਦੋਲਨ ਆ ਉਹ ਡੀਰੇਲ ਹੋ ਚੁੱਕਿਆ ਹੈ, ਖਤਮ ਹੋ ਜਾਊਗਾ, ਇਹ ਖੇਰੂ ਹੋ ਜਾਊਗਾ। ਪਰ ਯੂਪੀ ਦੀ ਜਿਹੜੀ ਕਿਸਾਨ ਲੀਡਰਸ਼ਿਪ ਆ, ਰਕੇਸ਼ ਟਕੈਤ, ਉਹਨਾਂ ਨੇ ਉਸ ਵਿਖਰੇ ਪੈਂਡੇ ਨੂੰ ਫਿਰ ਸੰਭਾਲਣ ਦਾ ਯਤਨ ਕੀਤਾ। ਜੋ ਜਿਹੜਾ ਅੰਦੋਲਨ ਸੀਗਾ ਉਹ ਵਿਖਰ ਰਿਹਾ ਸੀਗਾ, ਉਹਨਾਂ ਨੂੰ ਉੱਥੇ ਆ ਕੇ ਜਿਹੜੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਰਕੇਸ਼ ਟਕੈਤ ਦੇ ਹੰਝੂ ਨਿਕਲੇ ਤੇ ਉਹ ਬਲਬਲੇ ਸੀਗੇ, ਜੋ ਉਹਨਾਂ ਦੀਆਂ ਭਾਵਨਾਵਾਂ ਸੀਗੀਆਂ, ਜੋ ਉਹਨਾਂ ਦੇ ਇਮੋਸ਼ਨਲ ਤੇ ਉਹਨਾਂ ਨੇ ਪੰਜਾਬ ਦੇ, ਦੇਸ਼ ਦੇ ਕਿਸਾਨਾਂ ਦੇ ਇੱਕ ਵਾਰੀ ਹਿਰਦੇ ਬਲੂੰਦਰੇ ਕੀਤੇ ਤੇ ਇਸ ਸੰਘਰਸ਼ ਨੂੰ ਫਿਰ ਇਕੱਠਾ ਕਰਕੇ ਇੱਕ ਨਵਾਂ ਜਿਹੜੀ ਰੰਗਤ ਦਿੱਤੀ ਹੈ। ਕਿਸਾਨ ਫਿਰ ਚੜ੍ਹਦੀ ਕਲਾ ਪਾਸੇ ਜਿਹੜਾ ਇਹ ਅੰਦੋਲਨ ਆ ਉਹ ਜਾ ਰਿਹਾ।
ਹੁਣ ਲਗਾਤਾਰ ਜਦੋਂ ਸਾਜ਼ਿਸ਼ਾਂ ਇਹ ਹੋ ਰਹੀਆਂ ਤਾਂ ਅਜਿਹੀ ਘਟਨਾ ਇੱਕ ਆਉਣੀ ਆ ਵਿੱਚ, ਤਾਂ ਆਪਣੇ ਆਪ ਦੇ ਵਿੱਚ ਇਹ ਇੱਕ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰਦੀ ਆ। ਭਾਵੇਂ ਕਿ ਮੰਦਭਾਗੀ ਘਟਨਾ ਇੱਕ ਵਿਅਕਤੀ ਦੀ ਮੌਤ ਹੋ ਜਾਣਾ, ਪਰ ਇਹਦੇ ਪਿੱਛੇ ਕੋਈ ਵੱਡੀਆਂ ਸ਼ਰਾਰਤਾਂ ਜਾਂ ਵੱਡੀਆਂ ਏਜੰਸੀਆਂ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹਦੀ ਜਿਹੜੀ ਜਾਂਚ ਆ ਉਹ ਹੋਣੀ ਚਾਹੀਦੀ ਹੈ, ਕਿਉਂਕਿ 2022 ਦੀਆਂ ਚੋਣਾਂ ਸਾਹਮਣੇ ਆ। ਇੱਕ ਵਾਰੀ ਤੁਹਾਡੀ ਇਹ ਵੀ ਗੱਲ ਯਾਦ ਹੋਊਗੀ ਕਿ ਬਠਿੰਡੇ ਦੇ ਵਿੱਚ ਹੀ ਕੁਝ ਸਮਾਂ ਪਹਿਲਾਂ ਇੱਕ ਜਿਹੜੇ ਅਰਦਾਸ ਕੀਤੀ ਜਾਂਦੀ ਆ, ਜਿਹੜੇ ਇੱਕ ਖਾਸ ਕਰਕੇ ਹਰਿਆਣੇ ਦੇ ਵਿੱਚ ਜਿਹੜਾ ਇੱਕ ਡੇਰਾ ਹੈ, ਉਹਨਾਂ ਦੇ ਮੁਖੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਜਾਂਦੀ ਹੈ, ਅਤੇ ਨਾਲ ਦੀ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੜ੍ਹਦੀ ਕਲਾ ਨੂੰ ਲੈ ਕੇ ਵੀ ਅਰਦਾਸ ਕੀਤੀ ਜਾਂਦੀ ਹੈ। ਉਸ ਅਰਦਾਸ ਨੂੰ ਲੈ ਕੇ ਇੱਕ ਵੱਡਾ ਜਿਹੜਾ ਵਿਵਾਦ ਆ ਉਹ ਸਾਹਮਣੇ ਆਇਆ ਸੀਗਾ। ਭਾਵੇਂ ਕਿ ਪਰਚਾ ਦਰਜ ਹੋ ਗਿਆ, ਕੁਝ ਬੀਜੇਪੀ ਦੇ ਆਗੂਆਂ ਦੇ ਵੀ ਨਾਮ ਆ ਜਿਹੜੇ ਉਸ ਅਰਦਾਸ ਦੇ ਵਿੱਚ ਕਰਾਉਣ ਦੇ ਵਿੱਚ ਵੱਜੇ ਸੀਗੇ। ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਜਾਣੀ ਕਿ ਇੱਕ ਆਮ ਘਟਨਾ ਹੈ। ਇਹ ਆਮ ਘਟਨਾ ਨਹੀਂ, ਇਹ ਸੋਚੀ ਸਮਝੀ ਇੱਕ ਸਾਜ਼ਿਸ਼ ਹੋ ਸਕਦੀ ਆ, ਕਿਉਂਕਿ ਤੜਕੇ ਨੂੰ ਉੱਥੇ ਜਿਹੜੀ ਇਹ ਘਟਨਾ ਵਾਪਰੀ ਆ, ਉੱਥੇ ਅੰਜਾਮ ਦੇਣਾ, ਫਿਰ ਨਿਹੰਗ ਸਿੰਘ ਵੱਲੋਂ ਹੱਥ ਕੱਟਿਆ ਜਾਣਾ ਅਤੇ ਮੌਤ ਉਹਦੀ ਕਰਕੇ ਉਹਨੂੰ ਲਾਸ਼ ਨੂੰ ਉੱਤੇ ਟੰਗ ਕੇ ਫਿਰ ਉਹਦੀ ਜ਼ਿੰਮੇਵਾਰੀ ਵੀ ਲੈਣਾ। ਨਿਹੰਗਾਂ ਨੇ ਭੱਜਣਾ ਨਹੀਂ, ਕਿਉਂਕਿ ਜੇ ਤਾਂ ਨਿਹੰਗ ਸਿੰਘ ਭੱਜ ਕੇ ਚਲੇ ਜਾਂਦੇ ਤਾਂ ਹੋ ਸਕਦਾ ਕਿ ਇਹਦਾ ਜਿਹੜਾ ਦੋਸ਼ ਆ ਕਿਸੇ ਹੋਰ ਨੂੰ ਵੀ ਲੱਗ ਜਾਂਦਾ, ਇਹ ਜਾਂ ਕਿਸੇ ਕਿਸਾਨ ਲੀਡਰ ਦੇ ਸਿਰ 'ਤੇ ਵੀ ਮੜਿਆ ਜਾਂਦਾ। ਪਰ ਉੱਥੇ ਦੇ ਜਿਹੜੇ ਕਿਸਾਨ ਤੇ ਉਹਨਾਂ ਨੇ ਖੁਦ ਜ਼ਿੰਮੇਵਾਰੀ ਲੈ ਲਈ। ਇੱਕ ਨਾ ਇੱਕ ਤਰ੍ਹਾਂ ਨਾਲ ਜਿਹੜੇ ਕਿਸਾਨ ਆਗੂ ਨੇ, ਕਿਸਾਨਾਂ ਦਾ ਜਿਹੜਾ ਅੰਦੋਲਨ ਆ ਜਾਂ ਕਿਸਾਨ ਸਾਡੇ ਆਗੂ ਤੇ ਉਹਨਾਂ ਦਾ ਵੀ ਇਹ ਇੱਕ ਤਰ੍ਹਾਂ ਦਾ ਬਹੁਤ ਵੱਡਾ ਬਚਾਅ ਹੋਇਆ ਹੈ ਉਹ ਨਿਹੰਗਾਂ ਦੀ ਜ਼ਿੰਮੇਵਾਰੀ ਲੈਣ ਨਾਲ। ਫਿਰ ਵੀ ਇਸ ਘਟਨਾ ਨੇ ਕਾਫੀ ਕੁਝ ਜਿਹੜੀ ਚੇਂਜਸ ਲਿਆਉਣ ਦੇ ਯਤਨ ਕੀਤੇ ਆ, ਜਾਂ ਇਹ ਘਟਨਾ ਨਾਲ ਇੱਕ ਵੱਡੀ ਸਾਜ਼ਿਸ਼ ਹੋਣ ਦੀ ਜਿਹੜੀ ਸਾਹਮਣੇ ਆ ਰਹੀ ਹੈ, ਇਹਦੀ ਜਿਹੜੀ ਜਾਂਚ ਆ ਉਹ ਹੋਣੀ ਚਾਹੀਦੀ ਹੈ। ਹਾਂਜੀ ਸਰ, ਆਪਣਾ ਹਰਿਆਣੇ ਦੇ ਇੱਕ ਕਿਸਾਨ ਲੀਡਰ ਨੇ ਗੁਰਨਾਮ ਚੜੂਨੀ, ਤਾਂ ਉਹਨਾਂ ਵੱਲੋਂ ਮਿਸ਼ਨ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਅੱਜ ਉਸੇ ਤਹਿਤ ਉਹਨਾਂ ਨੇ ਬਠਿੰਡਾ ਵਿੱਚ ਜਿਸ ਦੀ ਵੋਟ ਉਸ ਦਾ ਰਾਜ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ ਹੈ। ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਆਪ ਸਿੱਧੇ ਤੌਰ ਉੱਤੇ ਰਾਜਨੀਤੀ 'ਚ ਨਹੀਂ ਉਤਰਨਗੇ, ਪਰ ਜੋ ਸਾਫ਼ ਛਵੀ ਵਾਲੇ ਜੋ ਲੋਕ ਨੇ ਉਹਨਾਂ ਨੂੰ ਸਪੋਰਟ ਕਰਨਗੇ। ਤਾਂ ਪਰ ਜਦ ਆਪਾਂ ਦੂਜੇ ਹੱਥ ਗੱਲ ਕਰੀਏ ਤਾਂ ਜਿਹੜੇ ਬਾਕੀ ਆਮ ਕਿਸਾਨ ਮੋਰਚੇ ਦੇ ਜਿਹੜੇ ਲੀਡਰ ਨੇ ਉਹ ਕਹਿੰਦੇ ਨੇ ਕਿ ਅਸੀਂ ਰਾਜਨੀਤੀ ਤੋਂ ਦੂਰ ਰਹਿਣਾ ਹੈ, ਪਰ ਗੁਰਨਾਮ ਸਿੰਘ ਚੜੂਨੀ ਰਾਜਨੀਤੀ ਵੱਲ ਵੱਧ ਰਹੇ ਨੇ। ਤਾਂ ਤੁਸੀਂ ਇਸ ਬਾਰੇ ਕੀ ਕਹੋਗੇ? ਦੇਖੋ, ਗੁਰਨਾਮ ਸਿੰਘ ਚੜੂਨੀ ਵੱਲੋਂ ਜਿਹੜੀ ਤੁਸੀਂ ਇਹ ਕਹਿ ਰਿਹਾ ਕਿ ਜਿਸ ਦੀ ਵੋਟ ਉਸ ਦਾ ਰਾਜ, ਬਠਿੰਡਾ ਤੋਂ ਮਿਸ਼ਨ ਪੰਜਾਬ ਸ਼ੁਰੂ ਕੀਤਾ, ਭਾਵੇਂ ਕਿ ਇਹਨਾਂ ਨੇ ਹੁਣ ਜਿਹੜਾ ਇਹ ਨਾਅਰਾ ਹੁਣ ਨਵਾਂ ਦਿੱਤਾ, ਪਰ ਇਹ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੀ ਸਿਆਸਤ ਕਰਦੇ ਆ ਰਹੇ ਤੇ ਹਰ ਵਾਰੀ ਕਿਸਾਨਾਂ ਨੂੰ ਚੋਣਾਂ ਲੜਨ ਦੀ, ਵੋਟਾਂ 'ਚ ਖੜ੍ਹੇ ਹੋਣ ਦੀ ਗੱਲ ਕਰਦੇ ਨੇ। ਤਾਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ, 32 ਕਿਸਾਨ ਯੂਨੀਅਨ ਦੇ ਆਗੂ ਨੇ, ਉਹ ਇਹਨਾਂ ਦਾ ਵਿਰੋਧ ਵੀ ਕਰ ਰਹੇ ਨੇ ਕਿ ਕਿਸਾਨ ਯੂਨੀਅਨ ਦਾ ਸਿਆਸਤ ਨਾਲ ਕੋਈ ਤਾਲੁਕਾਤ ਨਹੀਂ ਹੈ, ਨਾ ਹੀ ਜਿਹੜੀ ਕਿਸਾਨ ਯੂਨੀਅਨ ਹੈ ਚੋਣਾਂ ਲੜਨ ਦੇ ਮੂਡ ਵਿੱਚ ਨੇ, ਨਾ ਇਹਨਾਂ ਨੇ ਚੋਣਾਂ ਲੜਨੀਆਂ ਨੇ। ਇਹ ਆਪਣੀ ਜਿਹੜੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜੀਆਂ ਕਿਸਾਨ ਯੂਨੀਅਨ ਆ ਇਹ ਲੜਾਈ ਲੜ ਰਹੀਆਂ। ਪਰ ਗੁਰਨਾਮ ਸਿੰਘ ਚੜੂਨੀ ਲਗਾਤਾਰ ਚੋਣਾਂ ਲੜਨ ਦੀ ਇੱਕ ਵਕਾਲਤ ਕਰਦੇ ਆ ਰਹੇ ਨੇ। ਸੰਯੁਕਤ ਕਿਸਾਨ ਮੋਰਚਾ ਵੱਲੋਂ ਗੁਰਨਾਮ ਸਿੰਘ ਚੜੂਨੀ ਨੂੰ ਮੁਅੱਤਲ ਵੀ ਕੀਤਾ ਗਿਆ, ਸਸਪੈਂਡ ਕੀਤਾ ਗਿਆ, ਅਤੇ ਆਪਣੀ ਜਿਹੜਾ ਉਸ ਮੋਰਚੇ ਦੇ ਵਿੱਚ ਜਿਹੜੀ ਬਾਡੀ ਆ ਉਹਦੇ ਵਿੱਚ ਉਹਨਾਂ ਨੂੰ ਬਾਹਰ ਦਾ ਵੀ ਰਸਤਾ ਦਿਖਾਇਆ ਗਿਆ। ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਗੁਰਨਾਮ ਸਿੰਘ ਚੜੂਨੀ ਪਰ ਇਹ ਦੋਸ਼ ਲੱਗਦੇ ਆ ਰਹੇ ਨੇ ਕਿ ਇਹ ਜਿਹੜਾ ਮਾਹੌਲ ਆ ਉਹ ਖਰਾਬ ਕਰਨ ਦਾ ਯਤਨ ਕਰ ਰਹੇ ਨੇ। ਭਾਵੇਂ ਕਿ ਉਹ ਹਰਿਆਣੇ ਨਾਲ ਸੰਬੰਧਿਤ ਨੇ, ਪਰ ਉਹ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਹੋਣੀਆਂ ਉਹਦੇ 'ਚ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੇ ਨੇ, ਖੇਤ ਮਜ਼ਦੂਰਾਂ ਨੂੰ ਉਤਸ਼ਾਹਿਤ ਕਰਦੇ ਨੇ ਕਿ ਤੁਹਾਨੂੰ ਜਿਹੜੀ ਇਹ ਚੋਣ ਆ ਇਹ ਲੜਨੀ ਚਾਹੀਦੀ ਆ। ਦੇਖੋ, ਇਹ ਗੱਲ ਸਹੀ ਆ ਕਿਸੇ ਹੱਦ ਤੱਕ ਕਿ ਹੁਣ ਤੱਕ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਰਹੀਆਂ ਜਾਂ ਨੈਸ਼ਨਲ ਪਾਰਟੀਆਂ ਜਿਹੜੀਆਂ ਵੀ ਹੈਗੀਆਂ, ਉਹਨਾਂ ਨੇ ਪੰਜਾਬ ਦੇ ਕਿਸਾਨਾਂ ਤੋਂ, ਪੰਜਾਬ ਦੇ ਜਿਹੜੇ ਸ਼ਡਿਊਲ ਵਰਗ, ਕਾਸਟ ਵਰਗ ਆ, ਜਾਂ ਜਿੰਨੇ ਵੀ ਪੰਜਾਬ ਦੇ ਹੋਰ ਵਰਗ ਨੇ, ਉਹਨਾਂ ਤੋਂ ਵੋਟਾਂ ਤਾਂ ਲਈਆਂ, ਪਰ ਉਹਨਾਂ ਦੇ ਕਲਿਆਣ ਵਾਸਤੇ, ਉਹਨਾਂ ਦੀ ਭਲਾਈ ਵਾਸਤੇ, ਉਹਨਾਂ ਦੇ ਵੈਲਫੇਅਰ ਵਾਸਤੇ ਕੋਈ ਕੰਮ ਨਹੀਂ ਕੀਤਾ ਹੈਗਾ। ਜਿਸ ਕਰਕੇ ਜਦੋਂ ਵੀ ਇਹ ਪਾਲਿਸੀਆਂ ਬਣਾਉਂਦੇ ਨੇ ਤਾਂ ਇਹ ਲੋਕ ਵਿਰੋਧੀ ਪਾਲਿਸੀਆਂ ਬਣਾਉਂਦੇ ਨੇ। ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਦੀ ਬਜਾਏ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਕੰਮ ਕੀਤੇ ਜਾ ਰਹੇ ਨੇ। ਇਸ ਕਰਕੇ ਇਹਨਾਂ ਨੇ ਨਾਅਰਾ ਦਿੱਤਾ ਹੈ ਕਿ ਤੁਸੀਂ ਆਪਣਾ ਲੀਡਰ ਆਪ ਚੁਣੋ, ਚੰਗੇ ਲੀਡਰ ਨੂੰ ਚੁਣੋ। ਇਹ ਗੱਲ ਸਹੀ ਹੈ ਉਹਨਾਂ ਦੀ ਕਿ ਚੰਗਾ ਲੀਡਰ ਚੁਣਨਾ ਚਾਹੀਦਾ। ਚੰਗੇ ਲੀਡਰ, ਹੁਣ ਦੇਖੋ, ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ, ਕੋਈ ਸਿਆਸੀ ਪਾਰਟੀ ਮਾੜੀ ਨਹੀਂ ਹੈਗੀ। ਸਾਰੇ ਬੰਦੇ ਆ ਜਿਹੜੇ ਸਿਆਸਤ ਨਾਲ ਜੁੜੇ ਹੋ ਮਾੜੇ ਨਹੀਂ ਹੈਗੇ, ਕੁਛ ਚੰਗੇ ਵੀ ਆ, ਕੁਛ ਮਾੜੇ ਵੀ ਨੇ। ਪੰਜੇ ਉਂਗਲੀਆਂ ਜਿਹੜੀਆਂ ਬਰਾਬਰ ਨਹੀਂ ਹੁੰਦੀਆਂ। ਇਸ ਸਾਰੇ ਮਾਮਲੇ ਦੇ ਵਿੱਚ
ਪੰਜਾਬ ਦੇ ਲੋਕਾਂ ਨੂੰ ਇਹ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਨੇ ਕਿ ਚੰਗੇ ਲੀਡਰ ਆ ਜਿਹੜੇ ਉਹਨਾਂ ਦੀ ਭਾਲ ਕਰਨੀ ਚਾਹੀਦੀ ਹੈ। ਚੰਗੇ ਲੀਡਰ ਨੂੰ ਜਾਤ ਪਾਤ ਤੋਂ ਦੂਰ ਰਹਿ ਕੇ, ਧਰਮ ਤੋਂ ਦੂਰ ਰਹਿ ਕੇ, ਪਾਰਟੀਬਾਜ਼ੀ ਤੋਂ ਦੂਰ ਰਹਿ ਕੇ ਚੰਗੇ ਲੀਡਰ ਨੂੰ ਜਿਤਾਉਣਾ ਚਾਹੀਦਾ। ਉਹ ਭਾਵੇਂ ਕਿਸੇ ਪਾਰਟੀ ਨਾਲ ਵੀ ਹੋ ਸਕਦਾ ਹੈ, ਕਿਸੇ ਕਾਸਟ ਵਿਸ਼ੇਸ਼ ਦਾ ਹੋ ਸਕਦਾ ਹੈ, ਜਾਂ ਉਹ ਆਜ਼ਾਦ ਉਮੀਦਵਾਰ ਵੀ ਹੋ ਸਕਦਾ। ਸਾਨੂੰ ਚੋਣ ਕਰਨ ਸਮੇਂ ਪਾਰਟੀਆਂ ਨੂੰ ਦਾ ਜਿਹੜਾ ਲੈਵਲ ਆ ਪਿੱਛੇ ਛੱਡ ਕੇ, ਜਾਂ ਕਿਸੇ ਕਾਸਟਿਜ਼ਮ ਨੂੰ ਜਿਹੜੇ ਪਿੱਛੇ ਛੱਡ ਕੇ, ਸਾਨੂੰ ਸਹੀ ਬੰਦਾ ਚੁਣਨ ਦੀ ਲੋੜ ਹੈ ਕਿ ਕਿਹੜਾ ਬੰਦਾ ਸਹੀ ਆ, ਕਿਹੜਾ ਬੰਦਾ ਸੱਚ ਬੋਲਦਾ, ਕਿਹੜਾ ਬੰਦਾ ਪਰਿਵਰਤਨ ਲਿਆ ਸਕਦਾ। ਅਜਿਹੇ ਬੰਦੇ ਦੀ ਚੋਣ ਆ ਜਿਹੜੀ ਸਾਨੂੰ ਉਹ ਕਰਨੀ ਚਾਹੀਦੀ ਹੈ। ਜਦੋਂ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਨੇ ਸੰਵਿਧਾਨ ਲਿਖਿਆ ਸੀਗਾ, ਉਦੋਂ ਵੀ ਉਹਨਾਂ ਨੇ ਇੱਕ ਗੱਲ ਇਹ ਗੱਲ ਕਹੀ ਸੀ ਕਿ ਹੁਣ ਰਾਜਨੇਤਾ ਰਾਜੇ ਦੀ ਮਹਾਰਾਜੇ ਦੀ ਕੁੱਖ ਵਿੱਚੋਂ ਪੈਦਾ ਨਹੀਂ ਹੋਣਗੇ। ਹੁਣ ਜਿਹੜੇ ਰਾਜੇ ਆ ਉਹ ਤੁਸੀਂ ਲੋਕ ਆ ਜਿਹੜੇ ਪੈਦਾ ਕਰੋਗੇ, ਤੁਹਾਡੀ ਵੋਟ ਆ ਜਿਹੜੀ ਉਹ ਰਾਜੇ ਪੈਦਾ ਕਰੂੰਗੀ। ਹੁਣ ਉਹ ਕਿਹੜੇ ਲੋਕਾਂ ਨੂੰ ਪੈਦਾ ਕਰਨਾ ਹੈ, ਕਿਉਂਕਿ ਇਹ ਇੱਕ ਬਹੁਤ ਵੱਡਾ ਸਬਜੈਕਟ ਆ, ਬਹੁਤ ਵੱਡਾ ਵਿਸ਼ਾ ਵੀ ਤੁਸੀਂ ਕਿਹੋ ਜਿਹੇ ਲੀਡਰ ਨੂੰ ਚੁਣਨਾ ਹੈ, ਕਿਹੋ ਜਿਹੇ ਨੇਤਾ ਨੂੰ ਚੁਣਨਾ ਹੈ। ਬਹੁਤ ਵੱਡਾ ਖਿਲਾਅ ਪੈ ਗਿਆ ਰਾਜਨੀਤੀ ਦੇ ਵਿੱਚ, ਜਿੱਥੇ ਭ੍ਰਿਸ਼ਟ ਲੋਕ ਆ ਜਿਹੜੇ ਪੋਲੀਟੀਕਲ ਲੋਕ ਨੇ ਉਹ ਭ੍ਰਿਸ਼ਟ ਹੋ ਚੁੱਕੇ ਨੇ। ਚੁਣਨ ਤੋਂ ਬਾਅਦ ਉਹਨਾਂ ਦੀ ਜਿਹੜੀ ਮਨਸ਼ਾ ਹੈ ਪੈਸੇ ਇਕੱਠੇ ਕਰਨ ਦੀ, ਆਪਣਾ ਧਨ ਦੌਲਤ ਵਧਾਉਣ ਦੀ, ਜਾਂ ਆਪਣੇ ਬਿਜ਼ਨਸ ਵਧਾਉਣ ਦੀ ਗੱਲ ਹੋ ਜਾਂਦੀ ਆ, ਉਸ ਪਾਸੇ ਵੱਲ ਪੈ ਜਾਂਦੇ ਆ। ਲੋਕਾਂ ਦੀ ਸਾਰ ਨਹੀਂ ਲੈਂਦੇ, ਲੋਕ ਪੱਕੀ ਨੀਤੀਆਂ ਨਹੀਂ ਬਣਾਉਂਦੇ। ਜਿੱਤਣ ਤੋਂ ਬਾਅਦ ਲੋਕਾਂ 'ਚ ਨਾ ਜਾਣ ਦੇ ਦੋਸ਼ ਵੀ ਲੱਗਦੇ ਨੇ। ਪਰ ਉੱਥੇ ਕਿਤੇ ਨਾ ਕਿਤੇ ਆਪਣਾ ਜਸਵੀਰ ਪੰਜਾਬ ਦੇ ਲੋਕਾਂ ਦੀ, ਦੇਸ਼ ਦੇ ਲੋਕਾਂ ਦੀ ਵੀ ਗਲਤੀ ਆ। ਇੱਕ ਤਾਂ ਜਿਹੜੇ ਲੋਕ ਵੋਟਾਂ ਪਾਉਂਦੇ ਨੇ, ਕਿਆ ਇਹ ਵੱਡਾ ਸਵਾਲ ਖੜਾ ਹੁੰਦਾ ਹੈ, ਕਿਆ ਉਹ ਨਿਰਪੱਖ ਹੋ ਕੇ ਵੋਟਾਂ ਪਾਉਂਦੇ ਨੇ? ਕੀ ਉਹ ਧਰਮ ਨੂੰ ਤੇ ਕਾਸਟਿਜ਼ਮ ਨੂੰ ਮੂਹਰੇ ਨਹੀਂ ਰੱਖਦੇ? ਕੀ ਉਹ ਬਿਨਾਂ ਪੈਸੇ ਤੋਂ ਲਓ, ਬਿਨਾਂ ਸ਼ਰਾਬ ਦੀਆਂ ਬੋਤਲਾਂ ਲਏ ਤੋਂ ਵੋਟਾਂ ਪਾਉਂਦੇ ਨੇ? ਪੰਜਾਬ ਦੇ ਜਿਹੜੇ ਲੋਕਾਂ ਨੇ ਪੰਜਾਬ ਨੂੰ ਨਵੀਂ ਦਸ਼ਾ ਤੇ ਦਿਸ਼ਾ ਦੇਣੀ ਹੁੰਦੀ ਹੈ, ਜਿਹਨੂੰ ਆਪਾਂ ਕਹਿ ਸਕਦੇ ਪੜ੍ਹਿਆ ਲਿਖਿਆ ਵਰਗ ਆ, ਉਹ ਵੋਟਾਂ ਪਾਉਣ ਨਹੀਂ ਜਾ ਰਿਹਾ। ਜਿਹੜਾ ਇਹਨਾਂ ਦੇ ਵਿੱਚ ਸਾਰੇ ਦੇ ਵਿੱਚ ਪਿਸ ਕੌਣ ਰਿਹਾ? ਮੱਧ ਵਰਗੀ ਪਿਸ ਰਿਹਾ। ਕਸੂਰ ਕੌਣ ਆ? ਜਿਹੜੇ ਮੱਧ ਵਰਗੀ ਬੰਦੇ ਵੋਟਾਂ ਪਾਉਂਦੇ ਜਾਂ ਨਿਮਨ ਵਰਗ ਵੋਟਾਂ ਪਾਉਂਦਾ, ਖਾਸ ਕਰਕੇ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੂੰ ਦਾਰੂ ਦੇ ਦਿਓ, ਪੈਸੇ ਦਾ ਲਾਲਚ ਦੇ ਦਿਓ। ਉਹ ਵੋਟਾਂ ਉਹਨਾਂ ਤੋਂ ਇੱਕ ਤਰ੍ਹਾਂ ਦੀਆਂ ਖਰੀਦ ਲਈਆਂ ਜਾਂਦੀਆਂ, ਉਹਨਾਂ ਦੀ ਮੱਤ ਮਾਰ ਦਿੱਤੀ ਜਾਂਦੀ ਆ। ਅਤੇ ਜਿਹੜਾ ਪੜ੍ਹੇ ਲਿਖਿਆ ਵਰਗ ਆ ਉਹ ਕਦੇ ਵੋਟਾਂ ਪਾਉਣ ਜਾਂਦਾ ਨਹੀਂ, ਕਦੇ ਉਹ ਕਚਹਿਰੀ ਵਿੱਚ ਨਹੀਂ ਜਾਂਦਾ, ਲਾਈਨ ਵਿੱਚ ਨਹੀਂ ਖੜ੍ਹਾ ਹੁੰਦਾ ਵੀ ਕਿਵੇਂ ਜਾ ਕੇ ਉਹਨਾਂ ਨੇ ਵੋਟ ਪਾਉਣੀ ਹੈ। ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ। ਮੈਨੂੰ ਲੱਗਦਾ ਹੈ ਕਿ ਜਿਵੇਂ ਕਿ ਵੋਟ ਆ ਜਿਹੜੀ ਉਹ ਵੀ ਕੰਪਲਸਰੀ ਕਰ ਦੇਣੀ ਚਾਹੀਦੀ ਹੈ, ਕਿ ਜਿਹੜਾ ਬੰਦਾ ਵੋਟ ਨਹੀਂ ਪਾਊਗਾ ਜਾਂ ਲਗਾਤਾਰ 2 ਵਾਰੀ ਵੋਟਾਂ ਨਹੀਂ ਪਾਉਂਦਾ ਤਾਂ ਉਹਦੀਆਂ ਜਿਹੜੀਆਂ ਕੁਝ ਸਹੂਲਤਾਂ ਜਿਹੜੀਆਂ ਘੱਟ ਕਰਨੀਆਂ ਚਾਹੀਦੀਆਂ, ਕਿਉਂਕਿ ਇਹ ਲੋਕਤੰਤਰ ਦੇ ਵਿੱਚ ਬੰਦੇ ਨੂੰ ਅਧਿਕਾਰ ਆ ਜਿਹੜਾ ਵੋਟ ਪਾਉਣ ਦਾ। ਅਸੀਂ ਆਪਣੀ ਸਰਕਾਰ ਚੁਣਨੀ ਆ, ਆਪਣੇ ਸੂਬੇ ਦੀ, ਆਪਣੇ ਦੇਸ਼ ਦੀ ਜਿਹੜੀ ਦਸ਼ਾ ਤੇ ਦਿਸ਼ਾ ਬਦਲਣ ਵਾਸਤੇ ਸਰਕਾਰ ਬਣਾਉਣੀ ਆ। ਪਰ ਚੰਗੇ ਵੀ ਜਿਹੜੇ ਲੋਕ ਆ ਉਹ ਵੋਟਾਂ ਪਾਉਣ ਨਹੀਂ ਜਾਂਦੇ, ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਮੱਧ ਵਰਗੀ ਪਰਿਵਾਰਾਂ ਦਾ ਜਾਂ ਗਰੀਬ ਲੋਕਾਂ ਦਾ ਹੁੰਦਾ। ਚੰਗੇ ਜਿਹੜੇ ਪੈਸੇ ਰਸੂਖ ਵਾਲੇ ਬੰਦੇ ਨੇ ਉਹਨਾਂ ਦੀਆਂ ਤਾਂ 5 ਉਂਗਲਾਂ ਘਿਓ ਵਿੱਚ ਹੁੰਦੀਆਂ। ਜਿਹੜੀ ਮਰਜ਼ੀ ਪਾਰਟੀ ਸਰਕਾਰ ਹੋਵੇ, ਉਹਨਾਂ ਕੋਲ ਧਨ ਦੌਲਤ ਵੀ ਹੁੰਦਾ, ਸਿਫਾਰਸ਼ਾਂ ਵੀ ਹੁੰਦੀਆਂ, ਉਹ ਆਪਣਾ ਕੰਮ ਆ ਜਿਹੜਾ ਕਰ ਲੈਂਦੇ ਨੇ। ਇਸ ਕਰਕੇ ਗੁਰਨਾਮ ਸਿੰਘ ਚੜੂੰਨੀ ਹੋਰਾਂ ਵੱਲੋਂ ਜਿਹੜੀ ਕਿਸਾਨਾਂ ਨੂੰ ਲਾਮਬੰਦੀ ਕੀਤੀ ਜਾ ਰਹੀ ਹੈ, ਜ਼ਿਆਦਾ ਦੇਖੋ ਇਹ ਨਾ ਹੋਵੇ ਕਿ ਕਿਸਾਨ ਆ ਜਿਹੜੇ ਵੋਟਾਂ ਦੇ ਵਿੱਚ ਨਿੱਤਰ ਜਾਣ, ਤਾਂ ਜਿਹੜੀਆਂ ਵੋਟਾਂ ਦੀ ਜਿਹੜੀ ਵਰਗ ਵੰਡ ਆ ਉਹ ਵੰਡ ਹੋ ਜਾਵੇ। ਤਾਂ ਇਹਦੇ ਨਾਲ ਜਿਹੜਾ ਜਿਸ ਤਾਕਤ ਨੂੰ ਤੁਸੀਂ ਰੋਕਣਾ ਚਾਹੁੰਦੇ ਆ, ਮੰਨ ਲਓ ਤੁਸੀਂ BJP ਨੂੰ ਸੱਤਾ ਵਿੱਚ ਆਉਣ ਤੋਂ ਰੋਕਣਾ ਚਾਹੁੰਦੇ ਆ, ਇਹ ਨਾ ਹੋਵੇ ਕਿ ਤੁਹਾਡੀਆਂ ਵੋਟਾਂ ਜਿਹੜੀਆਂ ਉਹ ਡਿਵਾਈਡ ਹੋ ਜਾਣ, 3-4 ਪਾਸੇ ਵੰਡੀਆਂ ਜਾਣ, ਅਤੇ ਜਿਹੜੇ BJP ਦਾ ਵੋਟਰ ਹੈਗਾ, BJP ਦਾ ਵੋਟ ਬੈਂਕ ਆ, ਉਹ ਇੱਕ ਪਾਸੇ ਇਕੱਠਾ ਹੋ ਕੇ ਡਿੱਗ ਜਾਵੇ। ਤਾਂ ਇਹ ਕਿਤੇ ਨਾ ਕਿਤੇ ਉਹ ਸਰਕਾਰ ਬਣਾ ਲਵੇ ਜਾਂ ਸਰਕਾਰ ਬਣਾਉਣ ਦੇ ਨੇੜੇ ਨਾ ਹੋ ਜਾਵੇ। ਇਹ ਨਾ ਹੋਵੇ ਕਿ ਤੁਸੀਂ ਕਿਸਾਨਾਂ ਦਾ ਫਾਇਦਾ ਕਰਦੇ ਕਰਦੇ ਕਿਤੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇ, ਕਿਉਂਕਿ ਬਾਰ-ਬਾਰ BJP ਦੀ ਲੀਡਰਸ਼ਿਪ ਇਹ ਗੱਲ ਕਹਿੰਦੀ ਆ ਰਹੀ ਹੈ ਕਿ 2022 ਦੇ ਵਿੱਚ ਇੱਕ ਵੱਡਾ ਬਦਲਾਵ ਹੋ ਗਿਆ। BJP ਆ ਜਿਹੜੀ 117 ਸੀਟਾਂ 'ਤੇ ਚੋਣ ਲੜੇਗੀ ਅਤੇ ਹਰ ਹਾਲਤ ਵਿੱਚ ਸਰਕਾਰ ਬਣਾਵੇਗੀ। ਦੇਖੋ ਹੁਣ ਜਦ ਕੇਂਦਰ ਦੇ ਵਿੱਚ BJP ਦੀ ਸਰਕਾਰ ਆ, ਸੱਤਾ ਉਹਨਾਂ ਦੇ ਹੱਥ ਵਿੱਚ ਆ, ਸਰਕਾਰੀ ਮਸ਼ੀਨਰੀ ਉਹਨਾਂ ਦੇ ਮੁਤਾਬਕ ਚੱਲ ਰਹੀ ਆ, ਤਾਂ BJP ਕੁਝ ਵੀ ਕਰ ਸਕਦੀ ਆ। ਇਸ ਕਰਕੇ ਕਿਸਾਨ ਯੂਨੀਅਨ ਦੇ ਨੇਤਾਵਾਂ ਨੂੰ, ਕਿਸਾਨ ਯੂਨੀਅਨ ਦੇ ਆਗੂਆਂ ਨੂੰ, ਕਿਸਾਨਾਂ ਨੂੰ, ਖੇਤ ਮਜ਼ਦੂਰਾਂ ਨੂੰ ਇਸ ਪਾਸੇ ਵੱਲ ਬਹੁਤ ਸੁਚੇਤ ਹੋ ਕੇ, ਬਹੁਤ ਜ਼ਿਆਦਾ ਸੋਚ ਵਿਚਾਰ ਕਰਕੇ ਕੋਈ ਵੱਡਾ ਫੈਸਲਾ ਲੈਣਾ ਪਵੇਗਾ ਕਿ ਕਿਸਾਨਾਂ ਨੇ ਚੋਣ ਲੜਨੀ ਆ ਜਾਂ ਨਹੀਂ ਲੜਨੀ, ਜਾਂ ਕਿਸੇ ਪਾਰਟੀ ਵਿਸ਼ੇਸ਼ ਨੂੰ ਸਮਰਥਨ ਦੇਣਾ ਜਾਂ ਕਿਸੇ ਚੰਗੇ ਬੰਦੇ ਨੂੰ ਸਮਰਥਨ ਦੇਣਾ, ਵੀ ਕਿਵੇਂ ਫੈਸਲਾ ਲੈਣਾ। ਇਹ ਕਿਸਾਨਾਂ ਦੀ ਜਿਹੜੀ ਜਥੇਬੰਦੀਆਂ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਥਿਤੀ ਆ ਜਿਹੜੀ ਸਪਸ਼ਟ ਕਰਨੀ ਪੈਣੀ ਆ। ਜੇਕਰ ਸਥਿਤੀ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ, ਕਿਸਾਨਾਂ ਦੇ ਜਿਹੜੇ ਲੀਡਰ ਨੇ, ਇਹਨਾਂ ਨੇ ਕੋਈ ਸਥਿਤੀ ਸਪਸ਼ਟ ਨਹੀਂ ਕੀਤੀ,
ਤਾਂ ਮੈਨੂੰ ਲੱਗਦਾ ਕੋਈ ਵੱਡਾ ਨੁਕਸਾਨ ਆ ਜਿਹੜਾ ਉਹ ਕਿਸਾਨਾਂ ਦਾ ਵੀ ਹੋ ਸਕਦਾ ਹੈ, ਪੰਜਾਬ ਦੀਆਂ ਖੇਤਰੀ ਪਾਰਟੀਆਂ ਦਾ ਵੀ ਹੋ ਸਕਦਾ ਹੈ, ਪੰਜਾਬ ਦੇ ਲੋਕਾਂ ਦਾ ਵੀ ਹੋ ਸਕਦਾ। ਇਸ ਕਰਕੇ ਇਸ ਸਾਰੇ ਮਾਮਲੇ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਨੂੰ ਇੱਕ ਸੋਚ ਵਿਚਾਰ ਕਰਕੇ ਫੈਸਲਾ ਲੈਣਾ ਪਊਗਾ ਕਿ ਚੋਣਾਂ ਲੜਨੀਆਂ ਜਾਂ ਨਹੀਂ ਲੜਨੀਆਂ। ਹਾਂਜੀ ਸਰ ਆਪਣਾ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਚੱਲ ਰਹੀ ਹੈ, ਤਾਂ ਬਾਹਰਲੇ ਜਿਹੜੇ ਰਾਜ ਨੇ ਉੱਥੋਂ ਵੀ ਪੰਜਾਬ ਦੇ ਵਿੱਚ ਆਮਦ ਹੁੰਦੀ ਹੈ ਝੋਨੇ ਤੇ ਪਰਮਲ ਦੀ। ਹੁਣ ਇਸੇ ਚੀਜ਼ ਨੂੰ ਰੋਕਣ ਵਾਸਤੇ CM ਚੰਨੀ ਸਾਹਿਬ ਵੱਲੋਂ ਇੱਕ ਨਵੀਂ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ, ਆਪਣਾ ਅੰਤਰਰਾਜੀ ਬਾਸਮਤੀ ਮੂਵਮੈਂਟ ਪੋਰਟਲ। ਤਾਂ ਇਹ ਜੋ ਕਦਮ ਹੈ ਤੁਸੀਂ ਕੀ ਦੇਖਦੇ ਹੋ, ਇਸ ਦੇ ਕੀ ਫਾਇਦੇ ਹੋਣਗੇ? ਦੇਖੋ ਜਸਵੀਰ, ਦੋ ਗੱਲਾਂ ਨੇ। ਇੱਕ ਪਾਸੇ ਤਾਂ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਸਾਡੇ ਦੇਸ਼ ਦੇ ਖੇਤੀਬਾੜੀ ਮੰਤਰੀ ਨੇ ਜਾਂ BJP ਦੇ ਲੀਡਰ ਨੇ, ਇਹ ਗੱਲ ਕਹਿ ਰਹੇ ਨੇ ਕਿ MSP ਆ ਜਿਹੜੀ ਖਤਮ ਨਹੀਂ ਹੋਈ। MSP ਪਰ ਹਰ ਜਗ੍ਹਾ ਜਿਹੜੀ ਫਸਲ ਆ ਉਹ ਵੇਚੀ ਜਾ ਰਹੀ ਆ। ਹੁਣ ਸਵਾਲ ਇਹ ਪੈਂਦਾ ਹੈ ਕਿ ਜੇ ਕਿਸਾਨਾਂ ਨੂੰ MSP ਦੇ ਮੁਤਾਬਕ ਭਾਅ ਮਿਲਦਾ, MSP ਦੇ ਮੁਤਾਬਕ ਝੋਨਾ ਜਾਂ ਬਾਸਮਤੀ ਵਿਕਦੀ ਆ, ਫਿਰ ਦੂਜੇ ਰਾਜਾਂ ਤੋਂ ਝੋਨਾ ਪੰਜਾਬ ਦੇ ਵਿੱਚ ਕਿਉਂ ਆ ਰਿਹਾ ਹੈ? ਇਸ ਦਾ ਮਤਲਬ ਤਾਂ ਸਪਸ਼ਟ ਇਹ ਹੋ ਗਿਆ ਨਾ ਕਿ ਦੂਜੇ ਰਾਜਾਂ ਦੇ ਵਿੱਚ ਜਿਹੜੀ ਬਾਸਮਤੀ ਆ ਜਾਂ ਝੋਨਾ ਹੈ ਜਾਂ ਪੈੜੀ ਕਹਿੰਦੇ ਆਪਾਂ ਜਿਹਨੂੰ, ਉਹ ਆ ਜਿਹੜੀ ਘੱਟੋ ਘੱਟ ਸਮਰਥਨ ਮੁੱਲ MSP ਪਰ ਨਹੀਂ ਵਿਕ ਰਿਹਾ। ਇਸ ਕਰਕੇ ਉੱਧਰ ਤੋਂ ਕਿਸਾਨਾਂ ਤੋਂ ਸਸਤਾ ਝੋਨਾ ਲੈ ਕੇ ਜਿਹੜੇ ਵਪਾਰੀ, ਆੜਤੀ ਜਾਂ ਸ਼ੈਲਰਾਂ ਵਾਲੇ, ਇਹ ਉੱਥੋਂ ਤੋਂ ਝੋਨਾ ਲੈ ਕੇ ਕਿਸਾਨਾਂ ਤੋਂ ਮਹਿੰਗੇ ਭਾਅ ਵੇਚਣ ਵਾਸਤੇ ਪੰਜਾਬ ਵੱਲ ਆਉਂਦੇ ਨੇ। ਪੰਜਾਬ ਦੇ ਵਿੱਚ ਵਹੀਰਾਂ ਘੱਤਦੇ ਨੇ, ਇੱਥੇ ਆ ਕੇ ਆਪਣਾ ਝੋਨਾ ਵੇਚਦੇ ਨੇ। ਇਹ ਪਿਛਲੇ ਲੰਬੇ ਸਮੇਂ ਤੋਂ ਬਹੁਤ ਵੱਡਾ ਸਕੈਂਡਲ ਚੱਲਦਾ ਆ ਰਿਹਾ ਹੈ। ਪੰਜਾਬ ਦੇ ਵਿੱਚ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਝੋਨੇ ਹੇਠ ਰਕਬਾ ਘਟਾਇਆ ਜਾਂਦਾ ਹੈ, ਝੋਨੇ ਹੇਠ ਰਕਬਾ ਘਟ ਗਿਆ, ਪਰ ਲਗਾਤਾਰ ਜਿਹੜੀ ਝੋਨੇ ਦੀ ਆਮਦ ਆ, ਜਿਹੜੀ ਪ੍ਰੋਡਕਸ਼ਨ ਆ, ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਇਹ ਸਮਝ ਨਹੀਂ ਲੱਗ ਰਹੀ ਕਿ ਝੋਨਾ ਇੰਨਾ ਆਉਂਦਾ ਕਿੱਥੇ ਤੇ ਆ। ਇਸ ਕਰਕੇ ਜਿਹੜੀ ਇਸ ਹੁਣ ਸਰਕਾਰ ਨੇ ਜਾਂ ਪ੍ਰਸ਼ਾਸਨ ਵੱਲੋਂ, ਖਾਸ ਕਰਕੇ ਜਿਹੜਾ ਫੂਡ ਐਂਡ ਸਪਲਾਈ ਵਿਭਾਗ ਵੱਲੋਂ ਤੇ ਗ੍ਰਹਿ ਵਿਭਾਗ ਵੱਲੋਂ, ਇਹ ਬਹੁਤ ਸਖਤੀ ਵਰਤੀ ਗਈ ਆ ਕਿ ਇਹਨਾਂ ਦੇ ਖਿਲਾਫ ਜਿਹੜੇ ਬਾਹਰੋਂ ਝੋਨਾ ਲੈ ਕੇ ਆਉਂਦੇ ਨੇ ਉਹਨਾਂ ਦੇ ਟਰੱਕ ਆ ਜਿਹੜੇ ਰੋਕੇ ਜਾਣ। ਜਿਹੜੇ ਬਾਰਡਰ ਆ, ਚਾਹੇ ਉਹ ਪੰਜਾਬ ਦਾ ਹਰਿਆਣੇ ਨਾਲ ਲੱਗਦਾ, ਚਾਹੇ ਹਿਮਾਚਲ ਦੇ ਨਾਲ ਲੱਗਦਾ, ਜਿੱਥੇ ਜਿੱਥੇ ਰਾਜਸਥਾਨ ਨਾਲ, ਜਿੱਥੇ ਵੀ ਬਾਰਡਰ ਲੱਗਦੇ ਆ ਉਹਨਾਂ ਨੂੰ ਸੀਲ ਵੀ ਕੀਤਾ ਗਿਆ ਤਾਂ ਕਿ ਜਿਹੜਾ ਝੋਨਾ ਉਹ ਪੰਜਾਬ ਦੇ ਵਿੱਚ ਆ ਨਾ ਸਕੇ। ਪਿਛਲੇ ਦਿਨਾਂ ਦੇ ਦੌਰਾਨ ਜਿਹੜੀਆਂ 1 ਦਰਜਨ ਦੇ ਕਰੀਬ ਆ ਜਿਹੜੇ ਮਾਮਲੇ ਆ ਪੁਲਿਸ ਵੱਲੋਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਉਹ ਦਰਜ ਵੀ ਕੀਤੇ ਗਏ ਨੇ। ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਗੱਡੀਆਂ ਜਿਹੜੀਆਂ ਉਹ ਜ਼ਬਤ ਵੀ ਕੀਤੀਆਂ ਗਈਆਂ। ਇਸ ਕਰਕੇ ਜਿਹੜਾ ਇਹ ਮਾਮਲਾ ਇਹਦੇ ਵਿੱਚ ਹੁਣ ਪੋਰਟਲ ਜਿਹੜਾ ਬਣਾਇਆ ਗਿਆ ਵੀ ਕਿੱਥੋਂ ਕਿੰਨਾ ਝੋਨਾ ਆ ਰਿਹਾ ਹੈ, ਕਿੱਥੋਂ ਬਾਸਮਤੀ ਦੀ ਗੱਡੀ ਦੀ ਮੂਵਮੈਂਟ ਹੋ ਰਹੀ ਆ, ਇਹ ਇੱਕ ਤਰ੍ਹਾਂ ਦਾ ਪੋਰਟਲ ਠੀਕ ਆ ਵੀ ਮਾੜਾ ਮੋਟਾ ਜਿਹਦਾ ਫਾਇਦਾ ਹੋਊਗਾ। ਹੁਣ ਤਾਂ ਗੱਡੀਆਂ ਦੇ ਵਿੱਚ ਜਿਹੜਾ ਸਿਸਟਮ ਲੱਗੇ ਹੋਏ ਨੇ, ਉਹ ਬੱਸਾਂ ਵਿੱਚ ਵੀ ਲੱਗੇ ਹੋਏ ਨੇ ਵੀ ਕਿਹੜੀ ਬੱਸ ਕਿੱਥੇ ਚੱਲਦੀ ਆ ਤੁਹਾਨੂੰ ਪਤਾ ਲੱਗ ਜਾਊਗਾ। ਹੋਰ ਵੀ ਸਿਸਟਮ ਲੱਗੇ ਨੇ। ਹੁਣ ਇਹਦਾ ਕਿੰਨਾ ਕੁ ਫਾਇਦਾ ਹੋਊਗਾ, ਅੰਤਰਰਾਜੀ ਜਿਹੜਾ ਬਾਸਮਤੀ ਦੀ ਮੂਵਮੈਂਟ ਵੀ ਕਿਵੇਂ ਹੋ ਰਹੀ ਆ, ਇਹ ਤਾਂ ਦੇਖਣ ਵਾਲੀ ਗੱਲ ਹੋਊਗੀ। ਫਿਰ ਵੀ ਸਰਕਾਰ ਨੇ ਕਦਮ ਚੁੱਕਿਆ, ਚੰਗੀ ਗੱਲ ਆ ਕਿ ਅਜਿਹੇ ਕਦਮ ਆ ਜਿਹੜੇ ਸਰਕਾਰ ਨੂੰ ਚੁੱਕਣ ਦੀ ਜ਼ਰੂਰਤ ਆ। ਤੇ ਖਾਸ ਕਰਕੇ ਇਹੀ ਆ ਕਿ ਜਿਹੜਾ ਬਾਹਰੋਂ ਝੋਨਾ ਆਉਂਦਾ ਉਹ ਰੋਕਣ ਦੀ ਜ਼ਰੂਰਤ ਆ। ਭਾਵੇਂ ਕਿ ਸਰਕਾਰ ਇਹ ਗੱਲ ਵੀ ਕਹਿ ਰਹੀ ਹੈ ਕਿ ਹੁਣ ਜਦੋਂ ਨਵੇਂ ਕਾਨੂੰਨ ਬਣ ਗਏ, ਕੋਈ ਵੀ ਕਿਸਾਨ ਕਿਤੇ ਵੀ ਝੋਨਾ ਕਿ ਕੋਈ ਵੀ ਫਸਲ ਆ ਜਿਹੜੀ ਕਿਤੇ ਵੀ ਵੇਚ ਸਕਦਾ। ਪਿਛਲੀ ਵਾਰੀ ਵੀ ਕੁਝ ਗੱਡੀਆਂ ਫੜੀਆਂ ਸੀਗੀਆਂ ਤਾਂ ਕਿਸਾਨਾਂ ਵੱਲੋਂ ਹਾਈ ਕੋਰਟ ਤੱਕ ਇੱਕ ਪਹੁੰਚ ਵੀ ਕੀਤੀ ਗਈ ਹੈ ਕਿ ਜਦ ਨਵੇਂ ਕਾਨੂੰਨ ਆ ਗਏ, ਕਿਸਾਨ ਜਿੱਥੇ ਮਰਜ਼ੀ ਜਾ ਕੇ ਆਪਣੀ ਫਸਲ ਵੇਚ ਸਕਦਾ, ਫਿਰ ਸਾਨੂੰ ਰੋਕਿਆ ਕਿਉਂ ਜਾ ਰਿਹਾ। ਇਹ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਵੀ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਮੈਨੂੰ ਲੱਗ ਰਿਹਾ ਹੈ ਕਿ ਹੋਰ ਇਹ ਜਿਹੜੀ ਗੁੰਝਲ ਆ ਉਹ ਫਸ ਸਕਦੀ ਆ ਕਿ ਜਦੋਂ ਟਕਰਾਅ ਚੱਲ ਰਿਹਾ ਕਿਸਾਨਾਂ ਵੱਲੋਂ 3 ਖੇਤੀ ਕਾਨੂੰਨ ਰੱਦ ਕਰਨ ਦੀ ਜਿੱਥੇ ਗੱਲ ਕੀਤੀ ਜਾ ਰਹੀ ਆ, ਉੱਥੇ ਕੁਝ ਕਿਸਾਨ ਜਿਹੜੇ ਉਹਦਾ ਹਵਾਲਾ ਦੇ ਕੇ ਵਕਾਲਤ ਵੀ ਕਰ ਰਹੇ ਨੇ ਕਿ ਕਾਨੂੰਨ ਆ ਜਿਹੜਾ ਇਹ ਪਾਸ ਹੋ ਚੁੱਕਿਆ ਵੀ ਜਿੱਥੋਂ ਮਰਜ਼ੀ ਜਾ ਕੇ ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਝੋਨਾ ਜਿਹੜਾ ਜਾਂ ਫਸਲ ਆ ਕੋਈ ਵੀ ਜਿਣਸ ਉੱਥੇ ਵੇਚੀ ਸਕਦੇ, ਤਾਂ ਉਹਨਾਂ ਵਪਾਰੀਆਂ ਨੂੰ ਇੱਥੇ ਵੇਚਣ ਦੀ ਕਿਉਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕਾਨੂੰਨੀ ਮਸਲਾ ਵੀ ਉਹ ਬਣ ਸਕਦਾ ਹੈ। ਹਾਂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ। ਸੋ ਅੱਜ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ, ਭਲਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।